ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਨ ਇੱਛਾ ਸਲੋਕ ਮਨ ਇੱਛਾ ਦਾਨ ਕਰਣੰ ਸਰਬਤਰ ਆਸਾ ਪੂਰਨ ਹੈ ਖੰਡਣੰ ਕਲ ਕਲੇਸ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ ਮਨ ਇੱਛਾ ਦਾਨ ਕਰਣੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਬਾਦਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਰਸਨਾਂ ਦੀ ਪਵਿੱਤਰਤਾ ਲਈ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਇਹ ਜੈਤ ਸ੍ਰੀ ਕੀ ਵਾਰ ਮਹੱਲਾ ਪੰਜਵਾਂ। ਸੋ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ। ਜੈਤ ਸ੍ਰੀ ਵਾਰ ਮਹੱਲਾ ਪੰਜਵਾਂ। ਸ਼ਲੋਕਾਂ ਨਾਲ ਇਹ ਜੋ ਵਾਰ ਹੈ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ ਸ਼ਲੋਕਾਂ ਦੇ ਨਾਲ ਹੈ। ਵਾਰ ਨਾਮ ਹੈ ਪੌੜੀਆਂ ਦਾ, ਪਰ ਪੌੜੀਆਂ ਨਾਲ ਸ਼ਲੋਕ ਵੀ ਹਨ। ਮਹੱਲਾ ਅੱਖਰ ਲਿਖਿਆ ਤਾਂ ਨਹੀਂ ਮਿਲਦਾ ਹੈ, ਪਰ ਮਹੱਲਾ ਵਿੱਚ ਹੈ। ਜਦ ਸ੍ਰੀ ਸੰਪਟ ਪਾਠ ਕਰੀਦਾ ਹੈ ਤਾਂ ਸ਼ਲੋਕ ਦਾ ਸੰਪਟ ਵੱਖਰਾ ਲਾਈਦਾ। ਦੋ ਪੰਕਤੀਆਂ ਦਾ ਸ਼ਲੋਕ ਹੈ ਜਿੱਥੇ ਏਕਾ ਅੰਕ ਲੱਗਾ ਹੁੰਦਾ ਹੈ। ਉਸ ਤੋਂ ਬਾਅਦ ਦੋ ਪੰਕਤੀਆਂ ਦਾ ਮਹੱਲਾ ਹੈ, ਉੱਥੇ ਦੂਆ ਅੰਕ ਲੱਗਾ ਹੈ। ਇੱਕ ਤੇ ਦੋ ਦਾ ਭਾਵ ਇਹੀ ਹੈ ਕਿ ਦੋ ਸ਼ਬਦ ਹਨ, ਇੱਕ ਸ਼ਲੋਕ ਹੈ, ਇੱਕ ਮਹੱਲਾ ਹੈ। ਮਹੱਲਾ ਲਿਖਿਆ ਨਹੀਂ ਪਰ ਹੈ। ਉਸ ਤੋਂ ਬਾਅਦ ਪੌੜੀ ਹੈ। ਸ਼ਲੋਕ ਅਤੇ ਮਹੱਲੇ ਦੇ ਵਿੱਚ ਸਮਝ ਲਓ ਕਿ ਸਿਧਾਂਤ ਪੇਸ਼ ਕੀਤਾ ਗਿਆ ਹੈ। ਤੇ ਜਿਹੜੀ ਪੌੜੀ ਹੈ ਸ਼ਲੋਕ ਅਤੇ ਮਹੱਲੇ ਦੀ ਸਮਝ ਲਓ ਕਿ ਵਿਆਖਿਆ ਹੈ। ਇੰਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਪਾਵਨ ਸਵੈ ਲੋਕ ਦੀ ਸਰੂਪ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਸ਼ਲੋਕ ਉਚਾਰਨ ਕਰ ਰਹੇ ਹਨ। ਮਨ ਇੱਛਾ ਦਾਨ ਕਰਨੰ। ਜੀਵ ਤੇਰੇ ਮਨ ਦੀ ਇੱਛਾ ਚੇਤਵਨੀ ਅਨੁਸਾਰ ਪਰਮੇਸ਼ਰ ਤੈਨੂੰ ਦਾਨ ਦੇਣਾ ਕਰਦਾ ਹੈ। ਮਤਲਬ ਜੋ ਵੀ ਤੇਰੇ ਮਨ ਦੀ ਇੱਛਾ ਹੁੰਦੀ ਹੈ, ਜੋ ਵੀ ਤੂੰ ਚਾਹੁੰਦਾ ਹੈ। ਬਚਪਨ ਦੇ ਵਿੱਚ ਹਾਸੇ ਦੀ ਗੱਲ ਹੈ, ਸਾਨੂੰ ਖਿਡੌਣੇ ਚਾਹੀਦੇ ਸੀ, ਖਾਣ ਪੀਣ ਤਰ੍ਹਾਂ ਤਰ੍ਹਾਂ ਦੇ ਭੋਜਨ ਚਾਹੀਦੇ ਸੀ। ਉਹ ਮਹਾਰਾਜ ਨੇ ਬਚਪਨ ਦੀਆਂ ਲੋੜਾਂ ਕੁਛ ਹੋਰ ਹੁੰਦੀਆਂ ਨੇ, ਸਮੇਂ ਅਨੁਸਾਰ ਉਹ ਸਾਡੀਆਂ ਪੂਰੀਆਂ ਕੀਤੀਆਂ। ਫਿਰ ਜਵਾਨੀ ਆਈ, ਜਵਾਨੀ ਦੇ ਵਿੱਚ ਲੋੜਾਂ ਕੁਛ ਚੇਂਜ ਹੋ ਗਈਆਂ, ਉਹ ਵੀ ਮਹਾਰਾਜ ਨੇ ਪੂਰੀਆਂ ਕੀਤੀਆਂ। ਹੁਣ ਪ੍ਰੌਢ ਅਵਸਥਾ ਚੱਲ ਰਹੀ ਹੈ, ਨਾ ਜਵਾਨੀ ਨਾ ਬੁਢੇਪਾ। ਹੁਣ ਲੋੜਾਂ ਕੁਛ ਅਲੱਗ ਕਿਸਮ ਦੀਆਂ ਬਣ ਗਈਆਂ, ਉਹ ਵੀ ਮਹਾਰਾਜ ਨੇ ਪੂਰੀਆਂ ਕੀਤੀਆਂ ਅਤੇ ਪੂਰੀਆਂ ਕਰ ਰਿਹਾ ਹੈ। ਜਿਵੇਂ ਜਿਵੇਂ ਬੁਢੇਪੇ ਦੀਆਂ ਲੋੜਾਂ ਕੁਛ ਅਲੱਗ ਹੁੰਦੀਆਂ। ਇਹ ਜੀਵ ਤੇਰੇ ਮਨ ਦੀ ਇੱਛਾ ਚਿਤਵੰਦੀ ਅਨੁਸਾਰ ਜੋ ਤੈਨੂੰ ਚਾਹੀਦਾ ਲੋੜ ਮੁਤਾਬਕ ਪਰਮੇਸ਼ਰ ਤੈਨੂੰ ਦਾਨ ਦੇਣਾ ਕਰਦਾ ਹੈ। ਇਸੇ ਪ੍ਰਕਾਰ ਮਨ ਇੱਛਾ ਦਾਨ ਕਰਨੰ। ਦਾਨ ਦੇਣ ਯੋਗ ਬਣਨਾ ਕਰਦਾ ਹੈ। ਮਤਲਬ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਤੂੰ ਦਾਨ ਦੇਣ ਵਾਲਾ ਬਣਦਾ ਹੈ। ਸਰਬਤਰ ਆਸਾ ਪੂਰਨ ਹੈ। ਹਰ ਤੇਰੀਆਂ ਸਾਰੀਆਂ ਆਸਾਂ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੀ ਹੈ ਜੋ ਪੂਰੀਆਂ ਕਰਦਾ ਹੈ। ਕਿਸੇ ਕੋਲ ਇੱਕ ਦਿਨ ਮੰਗਾਂਗੇ, 2 ਦਿਨ ਮੰਗਾਂਗੇ, ਤੀਸਰੇ ਦਿਨ ਅਗਲਾ ਜਵਾਬ ਦੇ ਦੇਵੇਗਾ ਕਿ ਰੋਜ਼ ਦਾ ਮੈਂ ਕੋਈ ਤੇਰਾ ਠੇਕਾ ਥੋੜ੍ਹੋ ਲਿਆ ਹੈ, ਤੂੰ ਹੁਣ ਆਪਣਾ ਕਰ ਤੇ ਆਪਣਾ ਖਾ। ਇੱਥੋਂ ਤੱਕ ਕਿ ਸਕੇ ਮਾਂ ਪਿਓ ਵੀ ਚਾਅ ਮਲਹਾਰਾਂ ਦੇ ਨਾਲ ਪੁੱਤ ਵਿਆਹੁੰਦੇ, ਨੂੰਹ ਲਿਆਉਂਦੇ,
ਬਾਅਦ ਵਿੱਚ ਹੋਰ ਹੀ ਬਣ ਜਾਂਦੇ। ਫਿਰ ਕਹਿੰਦੇ ਭਾਈ ਤੂੰ ਆਪਣਾ ਹੁਣ ਪੜ੍ਹਿਆ ਵਿਚਾਰ, ਸਾਰੀ ਉਮਰ ਅਸੀਂ ਥੋੜ੍ਹਾ ਹੁਣ ਕਰੀ ਜਾਣਾ। ਇੱਕੋ ਇੱਕ ਵਾਹਿਗੁਰੂ ਹੈ ਜੋ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਕਰਦਾ ਹੈ। ਇਸ ਲਈ ਤੈਨੂੰ ਚਾਹੀਦਾ ਹੈ ਕਿ ਖਾਣ ਪੀਣ ਪਹਿਰਨ ਭੋਗਣ ਦਾ ਰੱਬ ਦੁਸ਼ਮਣਾਂ ਨੂੰ ਵੀ ਦੇ ਰਿਹਾ। ਜਿਹੜੇ ਉਸ ਦਾ ਸਿਮਰਨ ਨਹੀਂ ਕਰਦੇ, ਉਸ ਦਾ ਭਜਨ ਨਹੀਂ ਕਰਦੇ, ਅਤੇ ਜੇ ਤੂੰ ਇਹਦੇ 'ਚ ਹੀ ਮਸਤ ਰਹਿ ਗਿਆ, ਪਰਮਾਤਮਾ ਨੂੰ ਭੁਲਾ ਦਿੱਤਾ, ਤਾਂ ਦੱਸ ਤੇਰਾ ਕਿੱਥੇ ਭਲਾ ਹੋਏਗਾ। ਇਸ ਲਈ ਪਰਮਾਤਮਾ ਵਾਹਿਗੁਰੂ ਦੀ ਆਸਾ ਕਰ। ਕਬੀਰ ਆਸਾ ਕਰੀਐ ਨਾਮ ਕੀ, ਅਵਰੈ ਆਸ ਨਿਰਾਸ। ਨਰਕ ਪਰੇ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਰਾਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਆਸਾ ਕਰ। ਉਹ ਮਨੁੱਖ ਨਰਕਾਂ ਦੇ ਵਿੱਚ ਪੈਂਦੇ ਨੇ ਜੋ ਵਾਹਿਗੁਰੂ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਉਦਾਸ ਰਹਿੰਦੇ ਨੇ। ਅਸੀਂ ਮਾਇਆ ਵੱਲ ਤਾਂ ਐਕਟਿਵ ਹਾਂ, ਜਿਉਂ ਸਵੇਰ ਤੋਂ ਸ਼ਾਮ ਤੱਕ ਸਾਡੀ ਅੱਡੀ ਪੁੰਜੇ ਨਹੀਂ ਲੱਗਦੀ, ਕਿਧਰੋਂ ਆ ਗਏ, ਕਿਧਰੇ ਚਲੇ ਗਏ, ਕਿਤੇ ਬੈਂਕ ਦੇ ਵਿੱਚ ਜਮ੍ਹਾਂ ਕਰਾਤੇ, ਕਦੀ ਕਿਸੇ ਕੋਲੋਂ ਲੈ ਲਏ। ਲੈਣ ਦੇਣ ਕਾਰੋਬਾਰ ਦੇ ਵਿੱਚ ਇੰਨੇ ਰੁੱਝੇ ਰਹਿੰਦੇ ਹਾਂ। ਐਨ ਸਾਵਧਾਨੀ ਦੇ ਨਾਲ ਪੂਰੇ ਕੰਪਿਊਟਰਮੈਨ ਬਣ ਕੇ, ਅਕਾਊਂਟੈਂਟ ਰੱਖ ਕੇ ਵੀ ਹਿਸਾਬ ਕਿਤਾਬ ਰੱਖਦੇ ਹਾਂ। ਕਿਤੇ ਮਾੜਾ ਮੋਟਾ ਘਾਟਾ ਨਹੀਂ ਪੈਣ ਦਿੰਦੇ। ਪਰ ਜਦ ਭਜਨ ਦਾ ਵੇਲਾ ਆਉਂਦਾ ਹੈ, ਕਹਿੰਦੇ ਸਾਰੋ ਦਿਨਸ ਮਜ਼ਦੂਰੀ ਕਰੈ। ਸਾਰੀ ਦਿਹਾੜੀ ਮਜ਼ਦੂਰੀ ਕਰਦਾ ਹੈ, ਆਪਣੇ ਪੇਟ ਦੀ ਖਾਤਰ ਰੋਜੀ ਰੋਟੀ ਦਾ ਜੁਗਾੜ ਕਰਦਾ ਹੈ। ਪਰ ਜਦ ਸੋਦਰ ਸ੍ਰੀ ਰਹਿਰਾਸ ਸਾਹਿਬ ਦਾ ਵੇਲਾ ਆਉਂਦਾ ਹੈ, ਤਾਂ ਇੰਨਾ ਸਰੀਰ ਥਕਾਵਟ ਮਹਿਸੂਸ ਕਰਦਾ, ਸਿਰ ਇੰਨਾ ਫਟਣ ਲੱਗ ਪੈਂਦਾ ਜਿਵੇਂ ਕਿਸੇ ਨੇ ਪੱਥਰ ਮਾਰ ਦਿੱਤਾ ਹੋਵੇ। ਵਜਰ ਨਾਮ ਹੈ ਪੱਥਰ ਦਾ। ਇੰਦਰ ਦਾ ਇੱਕ ਸ਼ਸਤਰ ਹੈ ਜਿਹੜਾ ਵਜਰ ਪੱਥਰ ਦੀ ਤਰ੍ਹਾਂ ਹੈ। ਪਾਤਸ਼ਾਹ ਕਹਿੰਦੇ ਨੇ ਸਾਰੋ ਦਿਨਸ ਮਜ਼ਦੂਰੀ ਕਰੈ। ਸਾਰੀ ਦਿਹਾੜੀ ਮਜ਼ਦੂਰੀ ਕਰਦਾ ਹੈ, ਪਰ ਹਰ ਸਿਮਰਨ ਕੀ ਵੇਲਾ ਵਜਰ ਸਿਰ ਪਰੈ। ਹਰੀ ਦੇ ਭਜਨ ਦਾ ਜਦ ਵੇਲਾ ਆਉਂਦਾ ਹੈ, ਤਾਂ ਵਜਰ ਸ਼ਸਤਰ ਇੰਦਰ ਦਾ ਸਿਰ ਦੇ ਉੱਪਰ ਜਿਵੇਂ ਪੈ ਗਿਆ ਹੋਵੇ, ਇੰਨਾ ਦੁੱਖ ਮੰਨਦਾ ਹੈ। 10-15 ਮਿੰਟ 'ਚ ਪਾਠ ਹੋ ਜਾਂਦਾ, ਉਹੀ ਕਰਨਾ ਔਖਾ ਬਣ ਜਾਂਦਾ। ਅਤੇ ਇਸ ਵਾਸਤੇ ਸਾਰੀਆਂ ਇੱਛਾ ਜੋ ਵਾਹਿਗੁਰੂ ਪੂਰੀਆਂ ਕਰਨ ਵਾਲਾ, ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ, ਉਹਦੇ ਨਾਮ ਦੇ ਵਿੱਚ ਚਿੱਤ ਨਹੀਂ ਲਾਉਂਦਾ। ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿਤ ਲਾਏ। ਇਸੇ ਪ੍ਰਕਾਰ ਮਾਨੀ ਇੱਛਾ ਦਾਨ ਕਰਨੰ। ਇਸ ਪਰਮੇਸ਼ਰ ਨੇ ਕਿਰਪਾ ਕਰਕੇ ਤੈਨੂੰ ਹੋਰਨਾਂ ਦੇ ਮਨ ਦੀ ਇੱਛਾ ਦਾਨ ਕਰਨ ਵਾਲਾ ਦਾਨੀ ਬਣਾ ਦਿੱਤਾ ਹੈ। ਸਰਬਤਰ ਆਸਾ ਪੂਰਨ ਹੈ। ਹਰ ਹੋਰਨਾਂ ਦੀ ਆਸਾ ਪੂਰੀਆਂ ਕਰਨ ਲਈ ਪਰਮੇਸ਼ਰ ਨੇ ਤੈਨੂੰ ਪਦਾਰਥ ਦਿੱਤੇ ਹਨ। ਇਸੇ ਪ੍ਰਕਾਰ ਮਾਨੀ ਇੱਛਾ ਦਾਨ ਕਰਨੰ। ਇਹ ਜੀਵ ਜੇ ਤੇਰੇ ਮਨ ਦੇ ਵਿੱਚ ਗੁਰਾਂ ਦੇ ਪਾਸੋਂ ਬ੍ਰਹਮ ਗਿਆਨ ਰੂਪ ਦਾਨ ਪ੍ਰਾਪਤ ਕਰਨ ਦੀ ਇੱਛਾ ਹੈ, ਤਾਂ ਤੂੰ ਸਰਬਤਰ ਆਸਾ ਪੂਰਨ ਹੈ। ਪਰਮੇਸ਼ਰ ਸਰੂਪ ਸਤਿਗੁਰੂ ਜੀ ਤੇਰੀਆਂ ਆਸਾਂ ਪੂਰੀਆਂ ਕਰ ਦੇਣਗੇ।
ਤੂੰ ਸਤਿਗੁਰੂ ਜੀ ਦੇ ਚਰਨੀ ਲੱਗਣਾ ਕਰ। ਮਨ ਵਿਛੜਿਆ ਹਰ ਮਿਲੀਐ, ਨਾਨਕ ਇਹੋ ਸੁਆਓ। ਜੋ ਵਿਛੜੇ ਹੋਏ ਮਨ ਨੂੰ ਪ੍ਰਭੂ ਦੇ ਨਾਲ ਮੇਲ ਦਿੰਦੇ ਨੇ। ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਤੁਰੇ ਪਿਆ ਸੰਜੋਗ। ਉਸ ਵਾਹਿਗੁਰੂ ਦੇ ਚਰਨੀ ਲੱਗਣਾ ਕਰ। ਖੰਡਣੰ ਕਲ ਕਲੇਸਹ। ਤੇਰੀਆਂ ਕਲਪਨਾ ਤੇ 5 ਪ੍ਰਕਾਰ ਦੇ ਅਵਿਦਿਆ, ਅਸਮਤਾ, ਅਭਿਨਵੇਸ਼, ਰਾਗ ਦਵੈਕ, ਇਹ 5 ਕਲੇਸ਼ਾਂ ਦਾ ਵੀ ਨਾਸ਼ ਕਰਨ ਵਾਲਾ ਵਾਹਿਗੁਰੂ। ਪਾਤਸ਼ਾਹ ਜੀ ਦਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਹੈ ਕਿ ਮਹਾਰਾਜ ਕਹਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰੋ ਭਾਈ। ਕਲ ਕਲੇਸ਼ ਤਨ ਮਾਹੀ ਮਿਟਾਵੋ। ਜੇ ਤੁਸੀਂ ਮਨ ਬਾਣੀ ਸਰੀਰ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਕਰੋਗੇ, ਭਜਨ ਕਰੋਗੇ, ਤਾਂ ਕਲਯੁਗ ਦੇ ਕਲੇ ਕਲੇਸ਼ ਜੋ ਸਰੀਰ ਨੂੰ ਚੰਬੜੇ ਰਹਿੰਦੇ ਨੇ, ਇਹ ਤੁਸੀਂ ਮੇਟ ਦੇਵੋਗੇ। ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਗੁਰੂ ਜੀ ਕਥਨ ਕਰਦੇ ਨੇ, ਇਸ ਲਈ ਹੈ ਜੀ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰ ਜੋ ਤੇਰੇ ਤੋਂ ਦੂਰ ਨਹੀਂ ਹੈ। ਦੂਰ ਨਾਹੀ ਮੇਰੋ ਪ੍ਰਭ ਪਿਆਰਾ। ਉਹ ਮੇਰਾ ਪ੍ਰਭੂ ਪਿਆਰਾ ਪਰਮੇਸ਼ਰ ਦੂਰ ਨਹੀਂ ਹੈ। ਨਿਰ ਨਾਹੀ ਦੂਰ, ਨਿਜ ਆਤਮਾ ਰਹਿਆ ਭਰਪੂਰ। ਭਾਵ ਹਰ ਵਕਤ ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤੇ ਸਦਾ ਸੰਭਾਲੇ। ਉਹ ਵਾਹਿਗੁਰੂ ਹਮੇਸ਼ਾ ਹੀ ਮੇਰੇ ਨਾਲ ਹੈ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਗੁਰ ਕਾ ਬਚਨ ਬਸੈ ਜੀ ਨਾਲੇ। ਤੋ ਇਹ ਲੋਕੇ ਸੁਖ ਪਾਇਆ, ਨਹੀਂ ਭੇਟਤ ਧਰਮ ਰਾਇਆ। ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇਂਗਾ, ਉਹਨੂੰ ਅੰਗ ਸੰਗ ਜਾਣੇਗਾ। ਜਿਹੜਾ ਸਦਾ ਅੰਗ ਸੰਗਿਆ ਭੰਗੰ ਵਿਭੂਤੇ, ਤਾਂ ਤੇਰੇ ਜਿਹੜੇ ਕਲ ਕਲੇਸ਼ ਹਨ, ਮਨ ਨੂੰ ਹਮੇਸ਼ਾ ਹੀ ਦੁਖੀ ਕਰਨ ਵਾਲੇ, ਮਨ 'ਚ ਕਲੇਸ਼ ਪਿਆ ਰਹਿੰਦਾ, ਉਹ ਤੇਰੇ ਖੰਡਨ ਹੋ ਜਾਣਗੇ। ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਸਾਹਿਬਾਂ ਦਾ ਬਚਨ ਹੈ, ਘੋਰ ਦੁਖੀਆਂ ਨਨਕ ਹਤੀਆਂ, ਜਨਮ ਦਰਿਦ੍ਰੰਮਾ ਵਿਖਿਆਦੰ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ ਭਸਮੰ ਕਰੋਤ। ਜਿਵੇਂ ਵੱਡਾ ਸਾਰਾ ਲੱਕੜਾਂ ਦਾ ਢੇਰ ਹੁੰਦਾ ਹੈ, ਅੱਗ ਉਨੀ ਨਹੀਂ ਚਾਹੀਦੀ, ਅੱਗ ਦੀ ਇੱਕ ਚੰਗਿਆੜੀ ਹੀ ਬਹੁਤ ਹੈ। ਉਹ ਵੱਡਾ ਸਾਰਾ ਲੱਕੜਾਂ ਦਾ ਢੇਰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹ ਜੇ ਤੁਸੀਂ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਦਾ ਸਿਮਰਨ ਕਰੋਗੇ, ਤਾਂ ਕਲਯੁਗ ਦੇ ਕਲੇ ਕਲੇਸ਼ ਨਾਸ਼ ਹੋ ਜਾਣਗੇ। ਹਬ ਰੰਗ ਮਾਣ ਹੈ ਜਿਸ ਸੰਗ, ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋ ਜੋਤ ਹੈ, ਇਹ ਨਾਲ ਹੋਣ ਕਰਕੇ ਤੂੰ ਸਾਰੇ ਰੰਗਾਂ ਨੂੰ, ਆਨੰਦਾਂ ਨੂੰ ਮਾਣਦਾ ਹੈ। ਜਿੰਨਾ ਚਿਰ
ਇਹ ਸਰੀਰ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਵਸਦੀ ਹੈ। ਇਨਸਾਨ ਹੱਸਦਾ ਹੈ, ਖੇਡਦਾ ਹੈ, ਵੇਖਦਾ ਹੈ, ਸੁਣਦਾ ਹੈ, ਚੱਲਦਾ ਹੈ, ਭੋਗਦਾ ਹੈ। ਬਹੁਤ ਸੋਹਣਾ ਸਰੀਰ ਚੱਲਦਾ ਫਿਰਦਾ ਰਹਿੰਦਾ। ਜਿਉਂ ਹੀ ਜੋਤ ਨਿਕਲ ਜਾਂਦੀ ਹੈ ਤਾਂ ਪਾਤਸ਼ਾਹ ਦਾ ਬਚਨ ਹੈ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਖਿਆਨਾ। हे मेरे स्वामी, हे मेरे मालिक, जब तू अपनी जोत ਨੂੰ ਖਿੱਚ ਲੈਂਦਾ ਹੈ ਤਾਂ ਕੋਈ ਕੁਝ ਕਰਕੇ ਦਿਖਾਏ ਸਹੀ ਭਲਾ। ਕੁਛ ਕਰ ਸਕਦਾ ਕੋਈ? ਕੁਝ ਵੀ ਨਹੀਂ ਕਰ ਸਕਦਾ। ਤੋ ਇਹ ਵਾਹਿਗੁਰੂ ਦੀ ਜੋਤ ਦੇ ਕੌਤਕ ਹਨ। ਬੰਦਾ ਨੱਚ ਰਿਹਾ ਹੈ, ਗਾ ਰਿਹਾ ਹੈ, ਹੱਸ ਰਿਹਾ ਹੈ, ਖੇਡ ਰਿਹਾ ਹੈ, ਬੋਲ ਰਿਹਾ। ਆਪਾਂ ਕਿਸੇ ਨੂੰ ਟਿਕਣ ਨਹੀਂ ਦਿੰਦੇ ਵੀ ਮੈਂ दूसरा कौन? मैं ही मैं हाँ। ये जोत के कौतक हैं। जिन्ना चिर जोत है उन्ना चिर मैं करता है। हऊँ विच आया, हऊँ विच गया, हऊँ विच दिता, हऊँ विच लिया, हऊँ विच खटिया, हऊँ विच गया, हऊँ विच सचियार कूड़ियार, हऊँ विच पाप पुन विचार, हऊँ विच हसै, हऊँ विच रोवै, हऊँ विच भरीए, हऊँ विच धोवै, हऊँ विच जाति जिनसी खोवै, हऊँ कर कर जानते उपाया। ये हऊँ ने ही जीव नूं पैदा किया है। ज्यों ही जोत निकल गई फिर कौन बोलेगा भी मैं? फिर सारे कहेंगे ये मुर्दा है। कोई नहीं कहूँगा भी ये फलाना सिंह है या फलानी कौर है। कहोगे भी ये मुर्दा है, क्योंकि विचों जोत जो निकल गई। शरीर तो वैसा ही है, अखां भी उस तरह ने, मूँह भी उस तरह है, कान भी उस तरह। कोई करके दिखाए सही भला कुछ। ये ढींगा मारदा, किसी को टिकन नहीं दिंदा। इन्ना अहंकार भी काहदा होया? हुण पुत कुछ करके दिखा। पिया ना लम्मे, खड़ा होके ही दिखा। सारी दुनिया गाह मारी, बलौंगी स्टेशन से चल के जाके दिखा। अजे तो 5-7 किलोमीटर बंदा पैरां नाल तुर के नहीं जा सकता। उन्होंने फड़ के लम्मे पा के रस्सियां नाल बन के मोढियां ते चुक के गड्डी दे विच रख के ले जाना पैंदा है। ते राम नाम सत है। ਉਹ ਅਸੀਂ सत हाँ। सानू कौन है जिहड़ा झूठा कर सकदा? पर जब जोत निकल गई, बंदा तमाम हो गया, उदों फिर आपां कहंदे हां कि राम नाम सत है। ये बंदा झूठ है। किते नहीं लिखिया भी बंदा गुरु है, बंदा विच बंदा अमृत सारे माफ़ करना। बंदियां नूं इन्ना अहंकार हो गया तो गुरु ग्रंथ साहब दे दिवाले हो गए। आखे जी ये कौन है? जे असी ना होईए। मैं कईयां दे चेलियां तो सुनिया, कईयां ने अपने मूँह तो भी आख्या है भी असी संत साधु ही गुरु ग्रंथ साहब नूं मनाउंदे हाँ, लोकां नूं इकट्ठे करके लियाउंदे हाँ। जे असी ना होईए तो लोग इकट्ठे किवें होण? ये वो मन दे विच माण है, पर बिल्कुल ऐसा नहीं है। मैं कई बार इत्थे कथा करदा विचारदा हुंदा, कथा करदी हुण मन दा की पता, कई बारी सोच आ जाती है। मेरे सामने तो 2 या 4 पुरानी हाज़री भर रहे ने, पर जिथे महाराज का प्रकाश है परले पासे शहीदों का पवित्र स्थान है, लोग उधर को मूँह करके बैठे होणगे। कथा का पता ही नहीं भी हो रही है। अगले आते मत्था टेकन, नितनेम करते, अरदास करते, गांह जाते। कथा का पता ही नहीं भी की हो रहा की नहीं। साढ़े ना किसी को कोई मतलब नहीं है, क्योंकि असी कौन हाँ?
जी आपां बाणी पढ़ के सुनाਉਂਦੇ ਹਾਂ ਸੰਗਤਾਂ ਦੇ ਕੰਨੀ ਪੈਂਦੀ ਹੈ ਤਾਂ ਮਨ 'ਚ ਪ੍ਰੇਮ ਪੈਦਾ ਹੁੰਦਾ ਹੈ। ਪ੍ਰੇਮ ਦਾ ਬਾਣੀ ਦਾ ਹੀ ਹੈ, ਬੰਦੇ ਦਾ ਥੋੜ੍ਹੋ ਹੈ। ਗੁਰਬਾਣੀ ਸੁਣਤ ਮੇਰਾ ਮਨ ਭੀਨਾ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੇ ਗੋ। ਇਨਸਾਨ ਨੂੰ ਭੁਲੇਖਾ ਹੋ ਜਾਂਦਾ ਹੈ। जिस गुरबाणी ने पढ़ना लिखना उठना बैठना बोलना सिखाया, आपां सोचते हैं कि शायद असी सुनाਉਂਦੇ ਹਾਂ समझाਉਂਦੇ ਹਾਂ ਤਾਂ ਹੀ संगतां ਮੰਨਦੀਆਂ ਨੇ। ਜੇ ਸਾਡੇ ਬਾਬਾ ਜੀ ਨਾ ਹੋਣ ਤਾਂ ਗੁਰੂ ਗ੍ਰੰਥ ਸਾਹਿਬ ਲੋਕਾਂ ਨੇ ਪਹਿਲਾਂ ਅਲਮਾਰੀਆਂ 'ਚ ਰੱਖੇ ਹੁੰਦੇ ਸੀ। ਇਹ ਮੈਂ ਸੁਣਿਆ ਹੈ। ਸਾਡੇ ਬਾਬਾ ਜੀ ਨੇ ਅਲਮਾਰੀਆਂ 'ਚੋਂ ਕਢਾ ਕੇ ਗੁਰੂ ਜੀ ਦਾ ਸਤਿਕਾਰ ਕਰਵਾਇਆ। ਬੰਦਾ ਪੁੱਛੇ ਵੀ ਬਾਬਾ ਜੀ ਬਣਿਆ ਕਿਵੇਂ? ਬਾਣੀ ਪੜ੍ਹ ਕੇ ਹੀ ਤਾਂ ਬਣਿਆ ਹੈ। ਅਤੇ ਜੇ ਕਿਸੇ ਨੂੰ ਪਿਆਰ ਨਾਲ ਬੇਨਤੀ ਕਰ ਦਿੱਤੀ, ਉਹਨੇ ਸਾਡੀ ਗੱਲ ਮੰਨ ਲਈ, ਅਤੇ ਥੋੜ੍ਹਾ ਵੀ ਆਪਾਂ ਗੁਰੂ ਦੇ ਬਰਾਬਰ ਹੋ ਗਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਤੋ ਇਸ ਲਈ ਜਿਸ ਵਾਹਿਗੁਰੂ ਦੀ ਜੋਤ ਦਾ ਸਦਕਾ ਤੂੰ ਸਾਰੇ ਰੰਗ ਆਨੰਦ ਮਾਣਦਾ ਹੈ। ਹਬ ਰੰਗ ਮਾਣੈ ਜੇ ਸੰਗ, ਤੈਸਿਓ ਲਾਈਐ ਨੇਹੋ। ਤੈਨੂੰ ਚਾਹੀਦਾ ਕਿ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰੇਮ ਲਾ। ਪਾਵਨ ਸ੍ਰੀ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤਰੰਗੀ ਉਠਾਇਆ। ਜਿਵੇਂ ਪਾਣੀ ਦੇ ਸੰਬੰਧ ਕਰਕੇ ਲਹਿਰਾਂ ਉੱਠਦੀਆਂ ਨੇ, ਵਾਹਿਗੁਰੂ ਹਵਾ ਦੇ ਸੰਬੰਧ ਕਰਕੇ ਪਾਣੀ ਵਿੱਚੋਂ ਲਹਿਰ ਉੱਠਦੀ ਹੈ। ਹਵਾ ਖਤਮ ਹੋ ਜਾਏ ਅਤੇ ਉਹ ਲਹਿਰ ਪਾਣੀ ਵਿੱਚ ਇੱਕਮਿਕ ਹੋ ਜਾਂਦੀ ਹੈ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਵਿੱਚੋਂ ਲਹਿਰ ਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ। ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ ਕੇ ਆਖਿਆ, ਪੁਰਖਾ ਤੂੰ ਆਪਣੀ ਭੂਆ ਦੇ ਪਿੰਡ ਚਲਿਆ ਜਾ, ਖਡੂਰ ਵਿਖੇ ਬੈਠ, ਖਡੂਰੇ ਜੋਤ ਜਗਾਈ, ਉੱਥੇ ਜੋਤ ਜਗਾ ਨਾਮ ਦੀ। ਪਿੱਛੋਂ ਮਹਾਰਾਜ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇੰਨੇ ਵੈਰਾਗ ਦੇ ਵਿੱਚ ਆਏ ਕਿ ਉਹ 6 ਮਹੀਨੇ ਕਿਸੇ ਦੇ ਮੱਥੇ ਹੀ ਨਹੀਂ ਲੱਗੇ, ਕੋਈ ਚੰਗਾ ਹੀ ਨਹੀਂ ਲੱਗਾ, ਬੋਲਣ ਨੂੰ ਹੀ ਦਿਲ ਨਹੀਂ ਕੀਤਾ। ਚੁੱਪਚਾਪ ਕੋਠੇ ਦੇ ਵਿੱਚ ਅੰਦਰ ਵੜ ਕੇ ਬੈਠ ਗਏ। ਮਾਈ ਭਰਾਈ ਨੂੰ ਕਹਿ ਦਿੱਤਾ, ਭੂਆ ਜੀ ਦਰਵਾਜ਼ਾ ਬੰਦ ਕਰਕੇ ਉੱਪਰ ਮਿੱਟੀ ਦਾ ਪੋਚਾ ਲੇਪ ਲਾ ਦਿਓ, ਕਿਸੇ ਨੂੰ ਦੱਸਣਾ ਨਹੀਂ ਕਿ ਅਸੀਂ ਅੰਦਰ ਬੈਠੇ ਹੋਏ ਹਾਂ। ਇਹ ਤਾਂ ਬਾਬੇ ਬੁੱਢੇ ਦੇ ਵਾਰੇ ਜਾਈਏ ਜਿਨ੍ਹਾਂ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਆਖਿਆ, ਮਹਾਰਾਜ ਆਪਣੇ ਪਾਵਨ ਮੁਖਾਰਬਿੰਦ ਤੋਂ ਉਪਦੇਸ਼ ਬਖਸ਼ੋ ਜੀ। ਤਾਂ ਸਭ ਤੋਂ ਪਹਿਲੀ ਪੰਕਤੀ ਗੁਰੂ ਸਾਹਿਬ ਨੇ ਕਿਹੜੀ ਉਚਾਰੀ ਭਲਾ, ਜੋ ਮੇਰੇ ਪ੍ਰਕਰਨ ਦੀ ਆਧਾਰਤ ਹੈ। ਹਬ ਰੰਗ ਮਾਣੈ ਜਿਸ ਸੰਗ, ਜਿਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਰਹਿ ਕੇ ਉਹਨਾਂ ਦੇ ਚਰਨਾਂ ਦਾ ਆਨੰਦ ਮਾਣਿਆ, ਉਹਨਾਂ ਦੇ ਚਰਨਾਂ ਦੀ ਮੌਜ ਮਾਣੀ, ਤੈਸਿਓ ਲਾਈਐ ਨੇਹੋ। ਉਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਪ੍ਰੇਮ ਲਾਉਣਾ ਚਾਹੀਦਾ। ਗੁਰੂ ਨੂੰ ਕਦੀ ਵੀ ਨਾ ਭੁੱਲੋ। ਜੇ ਗੁਰੂ ਨੇ ਗੁਰੂ ਬਣਾ ਵੀ ਦਿੱਤਾ, ਫਿਰ ਵੀ ਮਹਾਰਾਜ ਨੂੰ ਯਾਦ ਤਾਂ ਕਰੋ। ਸਤਿਗੁਰੂ ਅੰਗਦ ਦੇਵ ਜੀ ਇੰਨੇ ਪ੍ਰੇਮੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ। ਸੋਚਿਆ ਮਨ ਮਰਨਾ ਚੰਗਾ ਨਹੀਂ, ਗੁਰੂ ਸਾਹਿਬ ਨਾਰਾਜ਼ ਹੋ ਜਾਣਗੇ, ਪਰ ਆਪਾਂ ਕਿਸੇ ਦੇ ਮੱਥੇ ਨਹੀਂ ਲੱਗਣਾ। ਕੋਠੇ 'ਚ ਵੜ ਕੇ ਬੈਠ ਕੇ ਬਾਬੇ ਬੁੱਢੇ ਨੇ ਬੇਨਤੀ ਕੀਤੀ ਵੀ ਇੰਝ ਨਹੀਂ ਕਰੀਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਵੀ ਤੁਹਾਨੂੰ ਮੰਨਣਾ ਚਾਹੀਦਾ। ਉਹਨਾਂ ਦਾ ਹੁਕਮ ਹੈ ਕਿ ਸੰਗਤਾਂ ਨੂੰ ਤਾਰਨਾ ਹੈ, ਆਪ ਉਪਦੇਸ਼ ਬਖਸ਼ੋ। ਤਾਂ ਸਭ ਤੋਂ ਪਹਿਲਾ ਉਪਦੇਸ਼ ਕੀ ਦਿੱਤਾ? ਮਹੱਲਾ ਦੂਜਾ, ਜਿਸ ਪਿਆਰੇ ਸਿਓ ਨੇ ਹੋ। ਇਹ ਸ਼ਲੋਕ ਸਾਨੂੰ ਕਵਿਤਾ ਅਤੇ ਵਾਰਤਕ ਕਿਤਾਬ 10ਵੀਂ ਮੈਟ੍ਰਿਕ ਦੇ ਸਿਲੇਬਸ 'ਚ ਸੀਗਾ, ਉਦੋਂ ਦਾ ਮੈਨੂੰ ਯਾਦ ਹੈ ਅਰਥਾਂ ਸਮੇਤ। ਜਿਸ ਪਿਆਰੇ ਸਿਓ ਨੇ ਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਜਿਸ ਪਿਆਰੇ ਪਰਮੇਸ਼ਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪ੍ਰੇਮ ਹੋਵੇ,
ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਸਾਨੂੰ ਮਰ ਜਾਣਾ ਚਾਹੀਦਾ ਸੀ, ਕਿਉਂਕਿ ਪ੍ਰੇਮੀ ਦੇ ਵਿਛੋੜੇ ਦੇ ਵਿੱਚ ਰੋਜ਼ ਝੁਰ ਝੁਰ ਕੇ ਮਰਨ ਦੀ ਬਜਾਏ ਇੱਕ ਦਿਨ ਮਰਨਾ ਹੀ ਚੰਗਾ ਸੀਗਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਇਹ ਪਿਆਰ ਦੀ ਖੇਡ ਹੈ। ਇੰਜ ਪਾਤਸ਼ਾਹ ਫਰਮਾਉਂਦੇ ਨੇ, ਹਬ ਰੰਗ ਮਾਣ ਹੈ ਜਿਸ ਸੰਗ, ਵਾਹਿਗੁਰੂ ਦੀ ਚੇਤਨ ਸੱਤਾ ਰੂਪ ਜੋਤ ਨਾਲ ਹੋਣ ਕਰਕੇ ਤੂੰ ਸਾਰੇ ਰੰਗ ਆਨੰਦਾਂ ਨੂੰ ਭੋਗਦਾ ਹੈ। ਤੈ ਸਿਉ ਲਾਈਐ ਨੇਹੋ, ਤੁਹਾਨੂੰ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਲਾਉਣਾ ਚਾਹੀਦਾ ਹੈ। ਸੋ ਸਹ ਬਿੰਦ ਨਾ ਵਿਸਰਾਓ, ਇਹ ਜੀਵ ਉਸ ਗਿਆਤ ਪੂਰਵਕ ਹਰੀ ਪਰਮੇਸ਼ਰ ਨੂੰ ਰਤਾ ਪਰ ਵੀ ਥੋੜ੍ਹੇ ਚਿਰ ਵੀ ਨਾ ਤੂੰ ਭੁਲਾਉਣਾ ਕਰ। ਕਹਿੰਦੇ ਨੇ ਜਿਸ ਵਿਸਰੈ ਇੱਕ ਨਿਮਖ ਨਾ ਸਰੈ, ਤਿਸ ਸਿਉ ਆਲਸ ਕਿਉਂ ਮਨ ਬਣੈ। ਤਿਸ ਸਿਉ ਆਲਸ ਕਿਉਂ ਮਨ ਬਣੈ, ਜਿਸ ਵਿਸਰੈ ਇੱਕ ਨਿਮਖ ਨਾ ਸਰੈ। ਸੋ ਜਿਸ ਵਾਹਿਗੁਰੂ ਦੇ ਭੁਲਾਉਣ ਤੋਂ ਇੱਕ ਨਿਮਖ ਮਾਤਰ ਵੀ ਨਹੀਂ ਸਰਦਾ, ਤੇ ਤੂੰ ਕਿਉਂ ਉਸ ਵਾਹਿਗੁਰੂ ਨੂੰ ਭੁਲਾਇਆ ਹੋਇਆ ਹੈ, ਕਿਉਂ ਨਹੀਂ ਉਸ ਨੂੰ ਯਾਦ ਕਰਦਾ। ਇੱਕ ਬਿੰਦ ਮਾਤਰ ਵੀ ਅੱਖ ਦੇ ਝਮੱਕੇ ਜਿੰਨੇ ਸਮੇਂ ਦੇ ਵਿੱਚ ਵੀ ਉਹਦੇ ਨਾਮ ਨੂੰ ਨਾ ਵਿਸਾਰ। ਨਾਨਕ ਜਿਨ ਸੁੰਦਰ ਰਚਿਆ ਦੇਹੋ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਸ ਵਾਹਿਗੁਰੂ ਨੇ ਤੇਰਾ ਸੁੰਦਰ ਸੁਨੋਣਾ ਇਹ ਦੇਹ ਸਰੀਰ ਰਚਿਆ ਸਿਰਜਿਆ ਹੋਇਆ ਹੈ, ਉਸ ਵਾਹਿਗੁਰੂ ਨੂੰ ਹਮੇਸ਼ਾ ਹੀ ਯਾਦ ਰੱਖ। ਪੌੜੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਹਨ। ਜਿਉ ਪ੍ਰਾਨ ਤਨ ਧਨ ਦੀਆ, ਜੀਵ ਜਿਸ ਵਾਹਿਗੁਰੂ ਨੇ ਜੀਓ ਜ਼ਿੰਦਗੀ ਜਾਂ ਸੂਖਮ ਸਰੀਰ ਤੇ ਪ੍ਰਾਣ ਤੇ ਤਨ ਸਥੂਲ ਸਰੀਰ ਤੇ ਸੰਸਾਰ ਕਾਰਜਾਂ ਦੀ ਵਰਤਨ ਨੂੰ ਧਨ ਦਿੱਤਾ ਹੋਇਆ ਹੈ। ਉਹ ਵੀ ਟਾਈਮ ਸੀਗਾ ਜਦ ਰੁਪਈਆ ਵੀ ਬੋਝੀ 'ਚ ਨਹੀਂ ਸੀ ਹੁੰਦਾ, ਅਤੇ ਹੁਣ ਜਿੰਨੀਆਂ ਵੀ ਬੋਝੀਆਂ ਸਾਰੀਆਂ ਭਰੀਆਂ ਹੋਈਆਂ ਨੇ, ਕਈਆਂ ਬੈਂਕਾਂ 'ਚ ਖਾਤੇ ਖੁੱਲ੍ਹੇ ਹੋਏ ਹਨ। ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਭ ਕੁਛ ਪ੍ਰਾਪਤ ਹੋਇਆ ਹੈ। ਅਤੇ ਫਿਰ ਤੂੰ ਉਸ ਦੇ ਨਾਮ ਨੂੰ, ਉਹਦੇ ਪਰਉਪਕਾਰਾਂ ਨੂੰ ਯਾਦ ਕਿਉਂ ਨਹੀਂ ਰੱਖਦਾ ਹੈ। ਹੈਰਾਨੀ ਹੈ, ਜਿਹਨੇ ਵਰਤਣ ਵਾਸਤੇ ਧਨ ਵੀ ਦਿੱਤਾ ਹੈ, ਇਹ ਪ੍ਰਾਣ ਵੀ ਦਿੱਤੇ ਨੇ, ਸਰੀਰ ਵੀ ਦਿੱਤਾ ਹੈ, ਉਹਨੂੰ ਯਾਦ ਕਿਉਂ ਨਹੀਂ ਕਰਦਾ ਬਈ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੋ ਜਾਨੀ। ਤਿਨਹੀਂ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨਿਕੀ ਖਟਾਨੀ। ਜੀਅ ਕੀ ਇਕ ਹੀ ਪੈਮਾਨੀ, ਅਵਰ ਜਤਨ ਕਰ ਰਹਿਬੋ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਸੋ ਇਸ ਪੌੜੀ ਦੇ ਵਿੱਚ ਸ਼ਲੋਕ ਤੇ ਮਹੱਲੇ ਦੇ ਸਮਝ ਲਓ ਅਰਥ ਕਰਦੇ ਹਾਂ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਏ। ਤੈਨੂੰ ਚਾਹੀਦਾ ਜਿਸ ਤਰ੍ਹਾਂ ਸ਼ਹੀਦਾਂ ਦੀ ਕੌਮ ਨੇ ਸਭ ਕੁਛ ਵਾਹਿਗੁਰੂ ਜੀ ਦੇ ਚਰਨਾਂ 'ਚ, ਗੁਰਾਂ ਦੇ ਚਰਨਾਂ 'ਚ ਭੇਟਾ ਰੱਖ ਦਿੱਤਾ। ਪੈਸੇ ਵੀ ਕੀ ਸਾਂਭ ਕੇ ਰੱਖਣੇ ਸੀ, ਆਪਾਂ ਰੁਪਈਆ ਵੀ ਵੇਖ ਕੇ ਖਰਚਦੇ ਹਾਂ। ਗੋਲਕ ਦੇ ਵਿੱਚ ਵੇਖ ਕੇ ਨੋਟ ਪਾਉਂਦੇ ਹਾਂ ਕਿ ਵੱਡਾ ਨੋਟ ਨਾ ਬਹਿ ਜਾਏ। ਅਤੇ ਵੇਖੋ ਮਾਇਆ ਤਾਂ ਕੀ ਸਾਹਮਣੀ ਸੀ। ਸ਼ਹੀਦਾਂ ਦੀ ਕੌਮ ਨੇ ਰੱਬ ਦਾ ਦਿੱਤਾ ਸਰੀਰ ਵੀ ਉਹਦੇ ਚਰਨਾਂ 'ਚ ਭੇਟਾ ਰੱਖ ਕੇ ਮੱਥਾ ਟੇਕ ਦਿੱਤਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਸਿਰ ਦੀਆਂ ਲੱਗੀਆਂ ਕਾਣ ਕਨੋੜ ਦਿੱਤਾ ਵੀ ਮਨ ਦੇ ਵਿੱਚ ਹੰਕਾਰ ਨਹੀਂ ਕੀਤਾ ਕਿ ਅਸੀਂ ਕੁਝ ਦੇ ਰਹੇ ਹਾਂ,
ਅਸੀਂ ਕੌਣ ਆ ਦੇਣ ਵਾਲੇ? ਰੱਬ ਦਾ ਦਿੱਤਾ ਹੀ ਉਹਦੇ ਚਰਨਾਂ 'ਚ ਰੱਖ ਰਹੇ ਹਾਂ। ਦੀਨੇ ਰਸ ਭੋਗ, ਜਿਹਨੇ ਪ੍ਰਾਣ ਦਿੱਤੇ, ਤਨ ਦਿੱਤਾ, ਧਨ ਦਿੱਤਾ ਅਤੇ ਖਾਣ ਵਾਸਤੇ ਰਸਦਾਇਕ ਭੋਜਨ ਅਤੇ ਭੋਗਣ ਵਾਸਤੇ ਅਨੇਕਾਂ ਹੀ ਪਦਾਰਥ ਬਖਸ਼ਿਸ਼ ਕੀਤੇ। ਬਾਲ ਵਿਵਸਥਾ ਦੂਜੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖੀਆ ਪਿਆਓ ਬੈੜ ਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇਹੋ ਤੋ ਨਾਨਕ ਸੀਝੈ। ਗ੍ਰਹਿ ਮੰਦਰ ਰਥ ਆਸ ਦੀਏ, ਸਾਡੇ ਕੱਚੇ ਘਰ ਉੱਪਰ ਇੱਕ ਸ਼ਤੀਰ ਹੁੰਦਾ ਸੀਗਾ ਅਤੇ ਉਹ ਲੱਕੜਾਂ ਦੇ ਫੱਟੇ ਜਿਹੇ ਪਾਏ ਹੁੰਦੇ ਸੀ, ਵਿੱਚੋਂ ਮਿੱਟੀ ਘਿਰਨੀ, ਕੀੜੀਆਂ ਡਿੱਗਣੀਆਂ, ਰੱਸੀਆਂ ਬੰਨ੍ਹ ਕੇ ਆਟਾ ਟੰਗਿਆ ਹੋਣਾ, ਦੁੱਧ ਟੰਗਿਆ ਹੋਣਾ ਅਤੇ ਭੌਂ ਵੀ ਕੱਚੀ ਸੀਗੀ। ਮੀਂਹ ਪੈਣਾ ਅਤੇ ਸਾਰੇ ਵਿਹੜੇ 'ਚ ਮਰ ਚੱਕੜ ਹੋ ਜਾਣਾ, ਇੱਟਾਂ ਰੱਖ ਰੱਖ ਕੇ ਅਤੇ ਚੁੱਲ੍ਹੇ ਤੱਕ ਪਹੁੰਚਣਾ, ਚੁੱਲ੍ਹੇ ਤੋਂ ਨਲਕੇ ਤੱਕ ਪਾਣੀ ਲੈ ਕੇ ਆਉਣਾ। ਇਸ ਤਰ੍ਹਾਂ ਦੀ ਹਾਲਤ ਹੁੰਦੀ ਸੀਗੀ। ਉਹ ਕੱਚੇ ਘਰਾਂ ਤੋਂ ਫਿਰ ਮਹਾਰਾਜ ਨੇ ਗਾਡਰ ਪਾ ਦਿੱਤਾ ਬਾਲਿਆਂ ਵਾਲਾ, ਅਤੇ ਟੈਲਾਂ ਰੰਗ ਰੰਗ ਕੇ ਸੋਹਣੀਆਂ ਸਜਾ ਕੇ, ਫੁੱਲ ਬੂਟੇ ਪਾ ਕੇ, ਥੱਲੇ ਫਰਸ਼ ਲਾਤਾ ਇੱਟਾਂ ਦਾ, ਉੱਪਰ ਵੀ ਪੱਕਾ ਕਰ ਦਿੱਤਾ, ਥੱਲੇ ਵੀ ਪੱਕੇ ਮਕਾਨ ਦੇ ਦਿੱਤੇ ਮਹਾਰਾਜ ਨੇ। ਪੱਕਿਆਂ ਮਕਾਨਾਂ ਤੋਂ ਬਾਅਦ ਹੁਣ ਵੇਖੋ ਬੜੀਆਂ ਸੋਹਣੀਆਂ ਸੋਹਣੀਆਂ ਕੋਠੀਆਂ ਬਣਾ ਦਿੱਤੀਆਂ। ਜੇ ਕਿਸੇ ਆਪਣਾ ਵੀ ਨਹੀਂ ਬਣਾਉਣਾ ਹੋਵੇ ਤਾਂ ਗੌਰਮੈਂਟ ਕਹਿੰਦੀ ਵੀ ਨਕਸ਼ੇ 'ਚ ਬਣਾਓ, ਸੋਹਣਾ ਬੜਾ ਸੁੰਦਰ ਕੋਠੀ ਟਾਈਪ ਬਣਾਓ ਭਾਈ। ਜੇ ਜਗ੍ਹਾ ਤੁਹਾਡੀ ਹੈ ਤਾਂ ਇਹਨੂੰ ਤਰੀਕੇ ਦੇ ਨਾਲ, ਕਿਸੇ ਨੂੰ ਲੰਘਣ ਵਾਲੇ ਨੂੰ, ਰਾਹ ਖਹਿੜੇ ਵਾਲੇ ਨੂੰ ਕੋਈ ਮੁਸ਼ਕਿਲ ਨਾ ਆਵੇ। ਅਗਲੇ ਪਾਸਿਓਂ ਵੀ ਅਤੇ ਪਿਛਲੇ ਪਾਸਿਓਂ ਵੀ ਥੋੜ੍ਹੀ ਥੋੜ੍ਹੀ ਸਪੇਸ ਛੱਡੋ। ਉਹ ਕੋਠੀਆਂ ਬਣਾ ਦਿੱਤੀਆਂ, ਸੋਹਣੇ ਮਹੱਲ ਬਣਾ ਦਿੱਤੇ, 2 ਹੱਸ ਨੇ, ਚੌ ਹੱਸ ਨੇ। ਪਹਿਲਾਂ ਸਰਪੰਚਾਂ ਦਾ ਚੁਬਾਰਾ ਹੁੰਦਾ ਸੀਗਾ ਜਾਂ ਨੰਬਰਦਾਰ ਦਾ, ਕੋਠਿਓ ਕੋਠੀ 10 ਕੋਠੇ ਟੱਪ ਕੇ ਅਤੇ ਰਾਤ ਨੂੰ ਉੱਥੇ ਚੁਬਾਰੇ 'ਚ ਲਾਈਟ ਜਗਦੀ ਹੋਣੀ, ਉੱਥੇ ਜਾ ਕੇ ਪੜ੍ਹਨ ਬਹਿਣਾ। ਦਿਨੇ ਵੀ ਹਵਾਦਾਰ ਅਤੇ ਉੱਥੇ ਬਹਿ ਕੇ ਪੜ੍ਹਨਾ। ਅਤੇ ਹੁਣ ਦੇ ਮਹਾਰਾਜ ਨੇ ਉਹ ਚੁਬਾਰਿਆਂ ਦੀ ਬਜਾਏ ਮੰਜ਼ਲਾਂ ਹੀ ਮੰਜ਼ਲਾਂ, ਕੋਈ ਅੰਤ ਹੀ ਨਹੀਂ ਹੈ। ਇਹ ਵਾਹਿਗੁਰੂ ਅਕਾਲ ਪੁਰਖ ਦੀ ਦੇਣ ਹੈ। ਵੇਖੋ ਵੇਖਦਿਆਂ ਵੇਖਦਿਆਂ ਕਿੰਨਾ ਕੁਛ ਉਹਨੇ ਸਾਨੂੰ ਬਖਸ਼ਿਆ ਹੈ। ਬੰਦਾ ਫਿਰ ਵੀ ਨਹੀਂ ਉਹਦੇ ਪਰਉਪਕਾਰ ਨੂੰ ਯਾਦ ਕਰਦਾ। ਕਦੀ ਇਹ ਨਹੀਂ ਵੀ ਸ਼ਰਮੋ ਕਸ਼ਰਮੀ ਚਲੋ ਇੱਕ ਅੱਧੀ ਮਾੜਾ ਹੀ ਕੋਈ ਮੂਲ ਮੰਤਰ ਦੀ ਜਾਂ ਕੋਈ ਗੁਰ ਮੰਤਰ ਦੀ ਫੇਰ ਕੇ ਮਹਾਰਾਜ ਦਾ ਧੰਨਵਾਦ ਕਰਦੇ, ਉਹਦਾ ਸ਼ੁਕਰ ਕਰਦੇ ਇਹ ਰੱਬ ਸੱਚਿਆ ਤੇਰਾ ਸ਼ੁਕਰਾਨਾ। ਤੋ ਅਸੀਂ ਕਿਰਤ ਕਾਰਨ ਉਸ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਹਾਂ। ਪਹਿਲਾਂ ਸੀਗੇ ਘੋੜਿਆਂ ਵਾਲੇ ਰਥ, ਅਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਣੀਆਂ ਗੱਡੀਆਂ, ਮੋਟਰਾਂ, ਸਾਈਕਲ ਲੈਣਾ ਵੀ ਪਹਿਲਾਂ ਔਖਾ ਹੋਇਆ ਪਿਆ ਸੀਗਾ, ਅਤੇ ਹੁਣ ਵੇਖੋ ਕਿਆ ਸੋਹਣੇ ਸਵਾਰੀ ਦੇ ਸਾਧਨ ਪੈਦਾ ਕਰ ਦਿੱਤੇ। ਤੋ ਇਉਂ ਪੁਰਾਣਾ ਟਾਈਮ ਰਥ ਅਤੇ ਘੋੜੇ ਦਿੱਤੇ। ਆਸ ਦੀ ਰਚ ਭਲੇ ਸੰਜੋਗ, ਚੰਗੇ ਸੰਬੰਧੀਆਂ ਦੇ ਨਾਲ ਸੰਬੰਧ ਬਣਾ ਦਿੱਤਾ, ਰਚ ਦਿੱਤਾ। ਪੜ੍ਹਿਆ ਲਿਖਿਆ ਪਰਿਵਾਰ ਦਿੱਤਾ ਹੈ। ਕਦੀ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਕਿ ਆਪਾਂ ਵੀ ਪਰਿਵਾਰ ਵਾਲੇ ਹੋਵਾਂਗੇ। ਅਤੇ ਵਾਹਿਗੁਰੂ ਅਕਾਲ ਪੁਰਖ ਵੱਲੋਂ ਗੋਡ ਗਿਫਟ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਜੀਵ ਆਏ ਹੋਏ ਨੇ, ਕਿੱਥੋਂ ਮਹਾਰਾਜ ਨੇ ਸੰਸਾਰ 'ਚ ਭੇਜੇ, ਕਿੰਨਾ ਕਿੰਨਾ ਘਰਾਂ ਦੇ ਵਿੱਚ ਉਹ ਜੰਮੇ ਬੜੇ, ਅਤੇ ਕਿੱਥੋਂ ਤੁਰੇ ਅਤੇ ਕਿੱਥੇ ਆਏ। ਤੋ ਜਿੰਨੀਆਂ ਰੂਹਾਂ ਨੇ ਪਤਾ ਨਹੀਂ ਕਿਹੜੀ ਕਿਹੜੀਆਂ ਜੂਨਾਂ 'ਚੋਂ ਆਈਆਂ ਹੋਈਆਂ। ਇਹ ਵਾਹਿਗੁਰੂ ਅਕਾਲ ਪੁਰਖ ਨੇ ਸਾਡੇ ਸੁੱਖ ਸਹੂਲਤਾਂ ਵਾਸਤੇ, ਕਿ ਸਾਡਾ ਮਨ ਲੱਗਾ ਰਹੇ, ਮਨ ਪਰਚਾਵੇ ਵਾਸਤੇ, ਇੱਕ ਦੂਜੇ ਦੀ ਮਦਦ ਵਾਸਤੇ ਪਰਿਵਾਰ ਦੇ ਮੈਂਬਰ ਸਾਨੂੰ ਮਿਲਾ ਦਿੱਤੇ। ਇਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਦੇਣ। ਸੋ ਉਸ ਦਾ ਪਰਉਪਕਾਰ ਜਾਣਨਾ ਕਰੋ।
है सब कुछ वही कर करा रहा, आप सामने होके पानी पियाणों रहा, परिवार नूं भेज दिता भी इनू पानी पुछ, आप सामने होके रोटी पका के देण तो धारिया, परिवार नूं भेज दिता भी इनू रोटी बना के दे, इनू पुछ, आप सामने होके कपड़े धो के प्रैस करनों रहा, परिवार नूं कह दिता भी इहदा काम कर, है रब ही कर रहा सारा कुछ। झूठ जिन्ना मर्जी आप बोली जाइए कि फलाना मेरी मत कर रहा, वो कर रहा, आ कर रहा, है परमात्मा है पर वो आप सामने नहीं आता, किसी को भेज दिंदा। तो एक दूजे की मदद वास्ते महाराज ने ये सारा कुछ बनाया हुआ है। गृह कच्चे घर, मंदिर पक्के मकान, रथ घोड़ियां वाले ते आस कला घोड़ा, अजकल होर सवारियां दे साधन, रच भले संयोग, संबंधियों के नाल चंगा संयोग संबंध रच दिता बना दिता है। सुत बनता सान सेवक दिए, सुत सुपुत्र दिता है, बनता स्त्री दिती है, सज्जन मित्र दोस्त दिते ने, जिन्हां दे नाल मिल के आपां घड़ी अपना टाइम पास करते हैं। सेवक दिते ने टहलुए सेवा करन वास्ते जिहड़े अगे पिछे तुरे फिरदे हन। प्रभ देवन जोग, दाता देन दे लायक परमेश्वर ने हे पुरखा, नौकर चाकर धीआं पुत्र इस्तरी धन दौलत सब कुछ तैनों बख्शिश किया होया है। हर सिमरत तन मन हरिया, गज के कह दो सतनाम श्री वाहिगुरु। उस हरि परमेश्वर का सिमरन करिया कर। 24 घंटिया का 10वां हिस्सा 2.5 घंटे तो चौंकड़ा पक्का ही मारना चाहिए। चलो कंटीन्यू नहीं, 1.25 घंटा सवेरे तो 1.25 घंटा शाम, इन्ना टाइम तो कढ़ना चाहिए। वह सिमरन करिया कर, ताकि होवेगा तेरा तन अते मन, मन खिड़िया हरिया बाग हरिया भरिया हो जाएगा। कई बार आप सोचते हाँ कि आप पढ़ते हैं जी, क्योंकि खुद मैं आप पढ़िया, बच्चे सारी दिहाड़ी पढ़ते थोड़ा रहिंदे ने, सानू माड़ा जिहा बहाना चाहिए। तो ਸਿੰਘਾਂ ਦਾ टाइम सीगा, फैडरेशन बनी होनी, वो काम किते होर होया होना, तो चलो जी स्ट्राइक करो, बेड़ा अपना गर्क कर लेना। ना पढ़े ना पेपर दिते, कंपार्टमेंटा ढेरां दे ढेर इकट्ठे हो गए। तो किते कुछ होर ही किते होया होना, तो अपनी पढ़ाई खराब कर बैठे। तो करना कि जे कहना हरमंदर साहब कहते नहीं सिनेमे चलो, जे कहना भी साढ़े को पैसे नहीं, लो टिकट असीं खर्चते हाँ, इस तरह ही करते हैं मुंडे कुड़ियाँ। पढ़ते थोड़ो ने, वो लैक्चरार ने लैक्चर दे जाना, मगर बैठे गल्लां मारते रहना, ना उन्हें पुछना ना उन्हें वेखना। कालजां दी इहो जी पढ़ाई है। टाइम होना 4 बजे तक, तो भज होना 2-2.5 बजे पहला ही। 15 दिन कॉलेज तो 15 दिन मौज मस्ती, अद्धा टाइम पढ़ाई तो अद्धा टाइम मौज मस्ती। घरदियां दी भाणे न्याणे पढ़न गए ने, लिया पापा पैसे दे, वह मतलब है भी ये पढ़ाई करूँगा, करनी मौज मस्ती। तो जिन्ना टाइम असी पढ़ाई के नाम पर खराब करते हैं, पढ़ के की बनया, कख भी नहीं। 16 ते 18 साल खूह च पा दिते। जे उन्ना टाइम बाणी पढ़ी होंदी, भजन किया होंदा, तो हुण ब्रह्म ज्ञानी बने होना सीगा, पर नहीं। डिग्रियां बारी विच पईयां होईयां ने, सर्टिफिकेटां दी हुकती कोई नहीं है, ना कोई पुछदा। अगले कहंदे भी तुहानूं मुबारक है भाई, डिग्रियां डिप्लोमे तुहानूं मुबारक, पर असीं हुण की करिए, कुछ नहीं है साडे पास। इस वास्ते जो भी कुछ है, भावें आप मानते हैं भी आप बिजी हाँ, पर वो समय की बर्बादी है। जे कोई काम कार करता है, किते जाके वेख लो,
सरकारी बारी के अगे लैन लगी होगी। पहली गल है भी कंप्यूटर चुकणगे नहीं कुछ, जो भी डाटा डूटा अगे जी सिस्टम फेल हो गया। सब तो वड्डा बहाना अजकल का। अगला पता नहीं 7 मीलों तो चल गया, गर्मी का मारिया, लैन च खड़े रहो, जो सिस्टम चलना हुण तां ब्रेक आ गई जी। वो बेचारे बजुर्ग खड़े खड़ोते घबरा जाते, हुण तां चाह का टाइम हो गया जी, 20 मिनट की ब्रेक लो, फिर लंच आ गया जी, फिर हुण तां छुट्टी का टाइम हो गया जी। अज सैटरडे है जी, अज संडे है जी, अज ईद है जी, अज फलाना जी ढींगड़ा जी। काम कौन करता दसो? लोग हत्थां 'च कागज़ लैके तुरे फिरदे ने, टाइम खराब करते। वेखण वाले नूं की है, लैन लगी रही, कोई काम नहीं करता। रब आसरे सब कुछ चली जा रहा, हुंदा सारा कुछ है पर हुंदा परमात्मा दे आसरे। जे बंदा हंकार करे भी मैं बड़ा बिजी हाँ, इस वास्ते जे सचमुच ही आप ईमानदारी नाल काम करांगे तां भी साडे कोल बड़ा टाइम है। 24 घंटिया के विचों जे 8 घंटे ड्यूटी की तो बाकी दे दसो 16 घंटे की कीता? कोई पुछण वाला नहीं ना है। जे महाराज पूछ ले कि तुहानूं मनुखा जन्म दिता, चलो तुसीं 8 घंटे परवरिश वास्ते परिवार के गुजारे लिए काम किया, दिहाड़ी टप्पा, तो 16 घंटे दसो कित्थे रहे? इसदा जवाब दिओ। और इस तो बाद जे समझ लो तुसीं पढ़दे हो तो पढ़ाई भी 4-5 घंटे हो गई बहुत। इस तो बाद की कीता? फिर भी जे आप बिजी हाँ तो आप स्पेसा कवर कर सकते हैं, आउंदियां जांदियां। जदों भी महाराज टाइम बख्शे किते भी, एक डॉक्टर शिव सिंह ने, मैं बड़े चिर दा उन्होंने जानदा, 20-25 साल पुराना उन्हां नाल जानकारी, गुरदासपुर दे विच वो बकायदा डिस्पेंसरी च उन्हां दी ड्यूटी है, तो वो डिस्पेंसरी च ही दवान ला के बह जाते। काम चलता, जिन्हें दवाई लैनी उन्होंने दवाई मिल रही है, अपनी ड्यूटी भी कर रहे हैं, तो उत्थे ही उन्होंने अपना काम शुरू कर देना। ਜਾਂ दिने ड्यूटी करनी तो रात को कोई ना कोई प्रोग्राम कथा कीर्तन का बहुत सुंदर प्रचार करते हैं। हुण मैं मोबाइल से उन्होंने दर्शन किए, मेरा मन बड़ा प्रसन्न होया। तो इस वास्ते जे असी समा कढ़ांगे तो समा निकल जाएगा। होरना कामां लई कढ़दे हां, नहाउण लई, धोउण लई, रिश्तेदारी लई, ते इधर उधर जान लई होर भी आपां समा कढ़दे हाँ, क्यों स्पेसा कवर करिए। महाराज ने आख्या मानस जन्म का यही लाहो, भजो गोबिंद भूल मत जाहो, मानस जन्म का यही लाहो। जिन्ने सुत बनता, पुत्र दिता, स्त्री दी, सज्जन सेवक दिते, ते वो देन वाले परमात्मा ने कोई चीज़ नहीं छड्डी जिहदे तो तैनूं अधूरा रखिया होवे। ते जिस दे सिमरन करन दे नाल तन ते मन हरिया हो जाता, तू क्यों उसका भजन नहीं करता है? प्रभ कै सिमरन रिध सिद्ध नौ निध, प्रभ कै सिमरन ज्ञान ध्यान तत बुद्ध, प्रभ कै सिमरन जपता पूजा, प्रभ कै सिमरन बिनसै दूजा, प्रभ कै सिमरन तीर्थ स्नानी, प्रभ कै सिमरन दरगह मानी, प्रभ कै सिमरन होए सो भला, प्रभ कै सिमरन सफल फला, से सिमरै जिने आप सिमराए, नानक तंक लागू पाए। लह जाहे विजोग, वाहिगुरु दा भजन करन दो, उहदा सिमरन करन दो। जन्मां जन्मांतरां दे रब नाल पए होए विछोड़े तेरे लह जाणगे, ते विछोड़े दा दुख, मरण दा दुख, ये सारा दूर हो जाएगा। किरत कर्म के विछड़े, पाप कर्मा करके कीते कर्मा करके विछड़े हुए हाँ, कर कृपा मिलो राम, कृपा करके राम तां मिलेगा जे असीं उस दे आखे ला के भजन सिमरन करांगे। साध संग हर गुण रमहो, श्रेष्ठ गुरां दी संगत, सत संगत विच मिल के हरि परमेश्वर के गुणां नूं रमो उचारना करो भाई। बिन से सब रोग, जिहड़े तुहाडी आदि व्याधि उपाधि ये 3 रोग ने,
आदि मानसिक रोग, कईयां नूं डिप्रैशन के कई मरीज होंदे ने, डिप्रैशन की बीमारी होंदी है। सोच सोच के दिमाग पत्थर हो जाता। आपां तां कदी लईओ ही नहीं टेंशन, सानूं पता ही नहीं भी इसकी डेफिनेशन की है। जो कहे भी डिप्रैशन है वो तो हसी दा, महाराज माफ़ करन, हंकार वाली कोई गल नहीं। तो खादियाँ पीतियाँ सिर के उपर दी लंघा देदी है, कोई गल करे भी थुक के परे हो जाइदा, माफ़ करना। दरी थले दब के मिट्टी पुट के टूआ पुट के गांह लंघ जाइदा। तो इस वास्ते जे तुसीं चिंता करी जाओगे, सोची जाओगे, तो दुनिया तो ढेरां दे ढेर चिंता देन नूं खड़ी है तैयार। भावें परिवार है तो भावें रिश्तेदार ने तो भावें जो मर्जी है। ये हुण डिप्रैशन के मरीज नहीं होना चाहिए। गुरुद्वारा महाराज ने काहदे लई बनाया? ढोल आओ तो अखां बंद करो तो जो कुछ हो रहा करना कख नहीं। जहाज़ दे विच बस बहीदा ही है, उन्हें आपे डा डू के लै जाना जिथे तुसीं जाना। तो इस वास्ते ये वाहिगुरू के नाम का जहाज़ है। इत्थे मेहनत नहीं है, मेहनत गुरु नानक साहब कर गया, आ शहीदां वाले बाबे कर गए। आपां तां उन्हां दी मेहनत नूं खा रहे हैं, खाधी भी नहीं जाती। इन्नियां बरकतां ने, बस बैठ के सुनना है जो कुछ हो रहा। महाराज ने आख्या तुर की बाणी आई, तिन सगली चिंत मिटाई। डिप्रैशन के मरीज ना बनो, गुरु घर नूं अटेंड करो। महाराज की बाणी का नितनेम, भजन बंदगी, कथा कीर्तन, ये इस रोग तो मुक्ति दिलाने वाली है। व्याधि नाम है, शरीर दीयां बीमारियां। सरोवर काहदे लई महाराज ने बनाया है? नहीं पाठ किया जाता जां सुनिया जाता तो महाराज के सरोवर च इशनान करो। बीमारी कोई रहे हो गई नहीं। महाराज ने पक्का लिख के दिता होया अफीडेविट भी जे तुसीं तंदुरुस्त रहना चाहते हो, एको ही गल धारण कर लो, भावें कुछ भी ना करो। एको ही गल कि अमृत वेले उठो सूरज चढ़न तो पहला तो इशनान करो ठंडे पानी नाल, जो मर्जी हो जाए, बंदा मरत नहीं चलिया। गर्म पानी ना कभी भी ना नहाओ, ठंडे पानी ना कर इशनान। ਉਹਦੇ तो बाद सिमर प्रभु अपना, अपने प्रभु का सिमरन करो। मन तन भय अरोगा, तुहाडा मन भी और तन भी रोग मुक्त हो जाएगा, तंदुरुस्त हो जाओगे, कोई भी बीमारी नहीं रहेगी। जे आउंदी है तो खंघ जुकाम माड़ा मोटा अपनी गोली लैके सौ जाओ, चढ़दी कला। तो इस वास्ते उपाधि जिहड़ा रोग है, लड़ाई झगड़ा कले कलेश, हर वक्त झगड़ते रहना, इतने रोगों को खत्म करने वाला। हंकार अज्ञान आदि के रोग तुहाडे सारे नाश हो जाएंगे। किस तरीके नाल? साध संग हर गुण रमहु। साध संग श्रेष्ठ गुरां दी संगत जां संतां दी संगत दे विच बैठ के हरि दे गुणां नूं उचारो भाई। बिन से सब रोग तुहाडे नाश हो जाणगे। महापुरख बाबा ठाकुर सिंह साहब जी सानू इत्थे पंजोखरा साहब लैके आउंदे, कहना इशनान करो भाई सरोवर च डेली करया करो, कहना सत बचन जी, कहना कथा करो। सारियां नूं बुला बुला के कहंदे जिन्ने ज्ञानी इत्थे आओ भाई, महाराज गुरु हरकृष्ण साहब कोलों तुहानूं तंदुरुस्ती लैके दईए। उन्हां गल च सरोपे पाउणे, खुश हो गए। पैसे पूसे तो मिलते नहीं, ना आपां लईदे सी, ना ही लोड़ सीगी। उन्हां दी खुशी इन्नी महान सी कि बंदा प्रफुल्लित हो जाता। तो बड़ियां बख्शिशां ਸਿੰਘਾਂ ਨੂੰ वंडिया करदे। श्री गुरु हरकृष्ण साहब बाबत आउंदा, श्री हरकृष्ण तिहाईए जिस डिठे सब दुख जाए। जिन्हां दे दर्शन करन तो ही दुख चले जाते हैं। कमाइयां वालियां दे तां की कहने भाई, जिहड़े गुण उचारदे ने। ये महाराज ने बख्शिश की है, कृपा करन हिरदे च नाम वस जाए। भुल चुक माफ़ करो जी, अगे तो समत बख्शो। हर सिमरत तन मन हरिया, लह जाहि विजोग। साध संग हर गुण रमहु,
ਬਿਨ ਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਕੋ ਓੰਕਾਰ सतगुर प्रसाद आनंद भया मेरी माए। सतगुरु में पाया सतगुर ता पाया सहज सेती मन वजियां वाधाइया। रतन परवार परिया शब्द गावण आईया। शब्दो ता गावो हरि केरा मन जिनी वसाया। नानक आनंद हुआ सत